Good morning, students. I hope you all are doing well, and today I am going to continue our second chapter, accounting terminology. In this concept, I am going to discuss about the remaining concept of this chapter. ਅੱਜ ਦੇ concept ਦੇ ਵਿੱਚ ਕੁਝ ਬੇਸਿਕ ਗੱਲਾਂ ਜਿਹੜੀਆਂ ਨੇ ਇੰਪੋਰਟੈਂਟ ਪੁਆਇੰਟਸ ਨੇ ਉਹ ਡਿਸਕਸ ਹੋਣਗੇ। ਫਸਟ ਹੈ ਗ੍ਰੋਸ ਪ੍ਰੋਫਿਟ। ਗ੍ਰੋਸ ਪ੍ਰੋਫਿਟ ਦਾ ਮਤਲਬ ਹੁੰਦਾ ਕੁੱਲ ਪ੍ਰੋਫਿਟ ਜਾਂ ਕੁੱਲ ਲਾਭ। ਇਹਦੇ ਵਿੱਚ ਇਹ ਦੇਖਿਆ ਜਾਂਦਾ ਕਿ ਬਿਜ਼ਨਸਮੈਨ ਨੂੰ ਅਸਲ ਦੇ ਵਿੱਚ ਕਿੰਨਾ ਫ਼ਾਇਦਾ ਹੁੰਦਾ, ਉਸ ਫ਼ਾਇਦੇ ਦੇ ਵਿੱਚ ਹਜੇ ਕੋਈ ਵੀ ਜਿਹੜੇ ਐਕਸਪੈਂਸਿਸ ਆ, ਖਰਚੇ ਜਿਹੜੇ ਉਹ ਨਹੀਂ ਬਾਹਰ ਕੱਢੇ ਹੁੰਦੇ, ਉਹ ਵਿੱਚ ਐਡ ਹੀ ਹੁੰਦੇ ਹਨ। ਇਹ ਕਹਿ ਸਕਦੇ ਆ ਕਿ ਜਿਹੜਾ ਸੇਲਿੰਗ ਪ੍ਰਾਈਸ ਔਰ ਕੋਸਟ ਆਫ ਗੁੱਡਸ ਸੇਲ ਦਾ ਜੋ ਵੀ ਸੀਗਾ ਡਿਫਰੈਂਸ, ਉਹਨੂੰ ਅਸੀਂ ਕੀ ਬੋਲਦੇ ਹਾਂ, ਗ੍ਰੋਸ ਪ੍ਰੋਫਿਟ। ਇਹ ਤੁਹਾਡਾ ਗ੍ਰੋਸ ਪ੍ਰੋਫਿਟ ਨੂੰ ਕੈਲਕੂਲੇਟ ਕਰਨ ਦਾ ਫਾਰਮੂਲਾ ਹੋਏਗਾ ਕਿ ਗ੍ਰੋਸ ਪ੍ਰੋਫਿਟ ਕੈਲਕੂਲੇਟ ਕਰਨ ਦੇ ਲਈ ਜਿੰਨੀ ਸੇਲ ਹੋਈ ਆ ਉਹਦੇ ਵਿੱਚੋਂ ਕੋਸਟ ਆਫ ਗੁੱਡ ਸੋਲਡ ਨੂੰ ਮਾਈਨਸ ਕਰ ਦੇਣਾ। ਕੋਸਟ ਆਫ ਗੁੱਡ ਸੋਲਡ ਹੁੰਦੀ ਆ ਕਿ ਸਮਾਨ ਨੂੰ ਜਿਹੜਾ ਵੇਚਣ 'ਤੇ ਜਾਂ ਬਣਾਉਣ 'ਤੇ ਜੋ ਖਰਚਾ ਆ ਉਹ ਅਸੀਂ ਸੇਲ ਦੇ ਵਿੱਚੋਂ ਮਾਈਨਸ ਕਰਨਾ ਹੈ। ਨੈੱਟ ਪ੍ਰੋਫਿਟ ਨੂੰ ਅਸੀਂ ਸ਼ੁੱਧ ਲਾਭ ਬੋਲਦੇ ਹਾਂ। ਸ਼ੁੱਧ ਦਾ ਮਤਲਬ ਹੁੰਦਾ ਕਿ ਜਿਹਦੇ ਵਿੱਚੋਂ ਸਾਰੇ ਇੰਪਿਓਰਿਟੀਜ਼, ਸਾਰੇ ਜਿਹੜੇ ਮਿਲਾਵਟਾਂ ਹੁੰਦੀਆਂ ਬਾਹਰ ਨਿਕਲ ਜਾਂਦੀਆਂ। ਮਿਲਾਵਟਾਂ ਯਾਨੀ ਕਿ ਖਰਚੇ ਜਿਹੜੇ ਹੋਣਗੇ ਉਹ ਬਾਹਰ ਨਿਕਲ ਜਾਣਗੇ ਅਤੇ ਜਿਹੜਾ ਅਸਲ ਪ੍ਰੋਫਿਟ ਰਹਿ ਜਾਊਗਾ ਉਹਨੂੰ ਅਸੀਂ ਨੈੱਟ ਪ੍ਰੋਫਿਟ ਕਹਿੰਦੇ ਹਾਂ। ਫਿਰ ਨੈੱਟ ਪ੍ਰੋਫਿਟ ਆ ਜਿਹੜਾ ਉਹ ਗ੍ਰੋਸ ਪ੍ਰੋਫਿਟ ਦੇ ਵਿੱਚੋਂ ਜਿਹੜੇ ਸਾਡੇ ਇੰਡਾਇਰੈਕਟ ਐਕਸਪੈਂਸਿਸ ਆ ਉਹਨਾਂ ਨੂੰ ਮਾਈਨਸ ਕਰਨ ਤੋਂ ਬਾਅਦ ਆਏਗਾ। ਜਾਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੀ ਇਕੱਲੀ ਸੇਲ ਦੇ ਵਿੱਚੋਂ ਡਾਇਰੈਕਟ ਔਰ ਇੰਡਾਇਰੈਕਟ ਐਕਸਪੈਂਸਿਸ ਨੂੰ ਜਦੋਂ ਮਾਈਨਸ ਕਰਾਂਗੇ ਸਾਡੇ ਕੋਲ ਨੈੱਟ ਪ੍ਰੋਫਿਟ ਆ ਜਾਏਗਾ। ਸਿੱਧੇ ਔਰ ਅਸਿੱਧੇ ਜਾਂ ਜਿੰਨੇ ਵੀ ਖਰਚੇ ਸਾਡੇ ਕੋਲ ਉਹਨਾਂ ਸਾਰਿਆਂ ਨੂੰ ਮਾਈਨਸ ਕਰਨ ਤੋਂ ਬਾਅਦ ਜਿਹੜਾ ਪੈਸਾ ਬਚੂਗਾ ਉਹ ਨੈੱਟ ਪ੍ਰੋਫਿਟ ਆ। ਵਾਊਚਰ ਇੱਕ ਤਰ੍ਹਾਂ ਦਾ ਡਾਕੂਮੈਂਟ ਆ, ਰਿਟਨ ਐਵੀਡੈਂਸ ਆ, ਠੀਕ ਹੈ, ਜਿਹਦੇ ਵਿੱਚ ਬਿਜ਼ਨਸ ਦੀਆਂ ਰਿਸਿਪਟਸ, ਪੇਮੈਂਟ ਜੋ ਵੀ ਉਹਨਾਂ ਨੇ ਕਰੀਆਂ ਹੋਣਗੀਆਂ, ਕੋਈ ਪੇਮੈਂਟ ਕਰੀ ਹੈ ਕਿਸੇ ਮਟੀਰੀਅਲ ਨੂੰ ਖਰੀਦਣ ਦੇ ਰਿਲੇਟਿਡ, ਕੋਈ ਰਿਸਿਪਟ ਹੋਈ ਆ ਗੁੱਡਸ ਦੀ, ਕੋਈ ਇਨਵੋਇਸ, ਮੁੱਲ ਸੂਚੀ ਜਿਹਨੂੰ ਕਹਿ ਦਿੰਦੇ ਹਾਂ, ਇਹਨਾਂ ਸਾਰੀਆਂ ਚੀਜ਼ਾਂ ਜਾਂ ਜਿਹੜੀਆਂ ਹੋਣਗੀਆਂ ਰਿਟਨ ਡਾਕੂਮੈਂਟਸ ਹੋਣਗੇ ਉਹਨਾਂ ਨੂੰ ਅਸੀਂ ਵਾਊਚਰ ਬੋਲਦੇ ਹਾਂ। ਐਜ਼ ਆ ਐਵੀਡੈਂਸ ਰੱਖੇ ਜਾਂਦੇ ਆ, ਸਬੂਤ ਰੱਖੇ ਜਾਂਦੇ ਆ ਵੀ ਕਦੀ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਜ਼ਰੂਰਤ ਪੈ ਸਕਦੀ ਹੈ। ਅਕਾਊਂਟਿੰਗ ਪੀਰੀਅਡ ਆ ਜਿਹੜਾ ਉਹ 1 ਸਾਲ ਹੁੰਦਾ, ਠੀਕ, ਇੱਕ ਸਮਾਂ ਹੁੰਦਾ ਜਿਹੜਾ ਕਿ ਅਕਾਊਂਟਿੰਗ ਬੁੱਕਸ ਦੇ ਵਿੱਚ ਯੂਜ਼ ਕੀਤਾ ਜਾਂਦਾ। 1 ਸਾਲ ਨੂੰ ਅਸੀਂ ਜਿਵੇਂ ਹੁਣ ਫਾਈਨੈਂਸ਼ੀਅਲ ਈਅਰ ਮੰਨਿਆ ਜਾਂਦਾ ਹਰ ਇੱਕ ਬਿਜ਼ਨਸ ਦਾ, ਉਹ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਜਾਂਦਾ ਹੈ। ਯਾਨੀ ਕਿ ਜਿਹੜਾ ਫਾਈਨੈਂਸ਼ੀਅਲ ਈਅਰ ਆ, ਜਿਵੇਂ ਨਵਾਂ ਸਾਲ ਕੰਪਨੀਜ਼ ਦੇ ਲਈ, ਬੈਂਕਸ ਦੇ ਲਈ, ਉਹ 1 ਅਪ੍ਰੈਲ ਨੂੰ ਸਟਾਰਟ ਹੁੰਦਾ ਹੈ ਔਰ 31 ਮਾਰਚ ਨੂੰ ਉਹ ਐਂਡ ਹੋ ਜਾਂਦਾ ਹੈ। ਹੁਣ ਇਸੇ ਤਰ੍ਹਾਂ ਇਹ ਜਿਹੜਾ ਪੀਰੀਅਡ ਆ ਅਕਾਊਂਟਿੰਗ ਬੁੱਕਸ ਦੇ ਵਿੱਚ ਉਹ ਚੇਂਜ ਕੀਤਾ ਜਾਂਦਾ ਅਤੇ ਉਹਦੇ ਜ਼ਰੀਏ ਉਹਦੀ ਹੈਲਪ ਦੇ ਨਾਲ ਪ੍ਰੋਫਿਟ ਐਂਡ ਲੋਸ ਆ ਜਿਹੜਾ ਉਹ ਕੈਲਕੂਲੇਟ ਕੀਤਾ ਜਾਂਦਾ। ਇਹਨੂੰ ਅਸੀਂ ਅ ਪੀਰੀਅਡ ਵੀ ਕਹਿ ਦਿੰਦੇ ਹਾਂ। ਅਕਾਊਂਟਿੰਗ ਪੀਰੀਅਡ ਇਜ਼ ਅ ਈਅਰ, ਇੱਕ ਸਿੰਪਲ ਈਅਰ ਵੀ ਬੋਲ ਸਕਦੇ ਹਾਂ। ਨੈਕਸਟ ਹੈ ਕਾਸਟਿੰਗ। ਕਾਸਟਿੰਗ ਦਾ ਮਤਲਬ ਹੁੰਦਾ ਕਿ ਜਿਹਦੇ ਵਿੱਚ ਅਸੀਂ ਸਾਰੀਆਂ ਬੁੱਕਸ, ਟੋਟਲ ਜਿਹੜੀਆਂ ਬੁੱਕਸ ਹੁੰਦੀਆਂ ਉਹਨਾਂ ਨੂੰ ਇੱਕ ਟੈਕਨੀਕਲ ਟਰਮ ਦੇ ਵਿੱਚ ਯੂਜ਼ ਕਰਦੇ ਹਾਂ, ਉਹਨਾਂ ਦਾ ਟੋਟਲ ਕਰਦੇ ਹਾਂ, ਬੁੱਕਸ ਦਾ ਟੋਟਲ ਕਰਿਆ ਜਾਂਦਾ। ਟੋਟਲ ਕਰਨ ਦੇ ਇੱਕ ਕੰਸੈਪਟ ਨੂੰ ਕਾਸਟਿੰਗ ਬੋਲਿਆ ਜਾਂਦਾ। ਅੱਗੇ ਹੈ ਡੈਪਰੀਸ਼ੀਏਸ਼ਨ। ਡੈਪਰੀਸ਼ੀਏਸ਼ਨ ਮੋਸਟ ਇੰਪੋਰਟੈਂਟ ਟਰਮ ਆ। ਡੈਪਰੀਸ਼ੀਏਸ਼ਨ ਦਾ ਮਤਲਬ ਹੁੰਦਾ ਕਿ ਜਦੋਂ ਕੋਈ ਐਸਿਡ ਵਗੈਰਾ ਖਰੀਦਿਆ ਜਾਂਦਾ, ਕੋਈ ਮਸ਼ੀਨ ਖਰੀਦੀ ਜਾਂਦੀ ਆ, ਥੋੜ੍ਹੇ ਟਾਈਮ ਬਾਅਦ ਉਹਦੀ ਜਿਹੜੀ ਕੀਮਤ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਘਟਣੀ ਸ਼ੁਰੂ ਕਿਉਂ ਹੋ ਜਾਂਦੀ ਹੈ? ਉਹਦੇ ਵੀਅਰ ਐਂਡ ਟੀਅਰ ਦੇ ਨਾਲ, ਸਮੇਂ ਦੇ ਬਦਲਣ ਦੇ ਨਾਲ, ਇੱਕ ਚੀਜ਼ ਦੀ ਜਿਹੜੀ ਵਰਤੋਂ ਕਰਨ ਦੇ ਨਾਲ ਜਿਹੜੀ ਉਹਦੀ ਅਸਲ ਵੈਲਿਊ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ, ਵੀ ਉਹਦਾ ਰੀਅਲ ਪ੍ਰਾਈਸ ਆ ਜਿਹੜਾ ਉਹ ਡਾਊਨ ਹੋਣਾ ਸਟਾਰਟ ਹੋ ਜਾਂਦਾ। ਤਾਂ ਇਸ ਜਿਹੜੀ ਐਕਸਪਾਇਰੀ ਕੋਸਟ ਹੁੰਦੀ ਹੈ, ਇਹ ਜਿਹੜੀ ਕੋਸਟ ਐਕਸਪਾਇਰ ਹੋ ਰਹੀ ਆ, ਘਟ ਰਹੀ ਆ, ਇਹਨੂੰ ਅਸੀਂ ਡੈਪਰੀਸ਼ੀਏਸ਼ਨ ਬੋਲਦੇ ਹਾਂ। ਅਤੇ ਅਕਾਊਂਟ ਦੇ ਵਿੱਚ, ਅਕਾਊਂਟਿੰਗ ਈਅਰਸ ਦੇ ਵਿੱਚ ਇਸ ਡੈਪਰੀਸ਼ੀਏਸ਼ਨ ਨੂੰ ਕੈਲਕੂਲੇਟ ਕੀਤਾ ਜਾਂਦਾ ਅਲੱਗ-ਅਲੱਗ ਵੇ ਦੇ ਨਾਲ। ਇਹ ਰਿਕਾਰਡ ਰੱਖਣ ਦੇ ਲਈ ਕਿ ਸਾਡਾ ਕਿੰਨਾ ਜਿਹੜੀਆਂ ਮਸ਼ੀਨਾਂ ਦਾ ਡੈਪਰੀਸ਼ੀਏਸ਼ਨ ਚਾਰਜਿਸ ਸਾਨੂੰ ਪੈ ਰਹੇ ਆ। ਅੱਗੇ ਹੈ ਇਨਵੈਸਟਮੈਂਟ। ਇਨਵੈਸਟਮੈਂਟ ਦਾ ਮਤਲਬ ਹੁੰਦਾ ਕਿ ਨਿਵੇਸ਼ ਕਰਨਾ। ਨਿਵੇਸ਼ ਕਰਨ ਦੇ ਲਈ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੀ ਸਿਕਿਉਰਿਟੀਜ਼ ਹੈਗੀਆਂ ਵੀ ਸਰਪਲਸ ਜਿਹੜੇ ਪੈਸੇ ਆ, ਜਿਹੜੇ ਵਧੇ ਹੋਏ ਪੈਸੇ ਆ, ਜਿਹੜੇ ਪ੍ਰੋਫਿਟ ਦੇ ਵਿੱਚੋਂ, ਉਹਨੂੰ ਅਸੀਂ ਕਿਤੇ ਜਮ੍ਹਾਂ ਕਰ ਸਕਦੇ ਹਾਂ ਐਜ਼ ਆ ਇਨਵੈਸਟਮੈਂਟ। ਕਿੱਥੇ ਹੋ ਸਕਦੇ ਆ ਨਿਵੇਸ਼? ਸ਼ੇਅਰ ਦੇ ਵਿੱਚ, ਡਿਬੈਂਚਰ, ਬੋਂਡਸ, ਇਮੂਵੇਬਲ ਪ੍ਰੋਪਰਟੀ। ਇਮੂਵੇਬਲ ਪ੍ਰੋਪਰਟੀ ਉਹ ਹੁੰਦੀ ਹੈ ਜਿਹੜੀ ਕਿਤੇ ਜਾ ਨਹੀਂ ਸਕਦੀ, ਜਿਵੇਂ ਬਿਲਡਿੰਗਸ ਹੋ ਗਈਆਂ ਜਾਂ ਕੋਈ ਕਹਿ ਸਕਦੇ ਹਾਂ ਘਰ ਵਗੈਰਾ ਹੋ ਗਿਆ, ਫੈਕਟਰੀ ਹੋ ਗਈ, ਇਹ ਸਾਰੀਆਂ। ਅੱਗੇ ਹੈ ਈਵੈਂਟਸ। ਈਵੈਂਟਸ ਕੀ ਹੁੰਦੇ ਆ ਕਿ ਕੋਈ ਸਮਾਂ, ਕੋਈ ਇੱਦਾਂ ਦਾ ਕੰਮ ਜਦੋਂ ਕਿਸੇ ਚੀਜ਼ ਦੀ ਵੈਲਿਊ ਹੈ ਜਿਹੜੀ ਉਹ ਲਗਾਈ ਜਾਂਦੀ ਹੈ, ਜਾਂ ਇੱਕ ਟਾਈਮ ਪੀਰੀਅਡ ਜਿਹਦੇ ਵਿੱਚ ਕਿਸੇ ਵੀ ਚੀਜ਼ ਦੇ
ਜਿਹੜੇ ਵੈਲਿਊਜ਼ ਆ ਉਹ ਚੇਂਜ ਹੋ ਜਾਂਦੀਆਂ, ਜਾਂ ਕੋਈ ਕੰਮ ਦੇਖਣ ਦੇ ਵਿੱਚ ਸਾਹਮਣੇ ਆਉਂਦਾ ਹੈ ਜਿਹਨੂੰ ਅਸੀਂ ਕਹਿ ਸਕਦੇ ਇਸ ਈਵੈਂਟਸ ਦੇ ਜ਼ਰੀਏ, ਇਸ ਈਵੈਂਟ ਦੀ ਹੈਲਪ ਦੇ ਨਾਲ, ਈਵੈਂਟ ਦੀ ਕਰਕੇ ਕਿਸੇ ਚੀਜ਼ ਦਾ ਟਾਈਮ ਆ ਜਾਂ ਵੈਲਿਊ ਆ ਜਿਹੜੀ ਉਹ ਚੇਂਜ ਹੋ ਜਾਂਦੀ ਹੈ। ਜਿਵੇਂ ਕਿਸੇ ਚੀਜ਼ ਦਾ ਇੰਟਰਸਟ ਆ ਜਾਣਾ, ਠੀਕ ਹੈ, ਮਸ਼ੀਨਸ 'ਤੇ ਡੈਪਰੀਸ਼ੀਏਸ਼ਨ ਲੱਗਣੀ, ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਈਵੈਂਟਸ ਦੇ ਲਈ, ਈਵੈਂਟ ਕੈਲਕੂਲੇਟ ਕਰਨ ਦੇ ਲਈ ਦੇਖ ਸਕਦੇ ਹਾਂ। ਗੁੱਡਵਿਲ ਹੁੰਦੀ ਹੈ ਕਿਸੇ ਚੀਜ਼ ਦੀ ਰੈਪੂਟੇਸ਼ਨ, ਮਾਰਕੀਟ ਰੈਪੂਟੇਸ਼ਨ। ਇਹਨੂੰ ਅਸੀਂ ਦੇਖ ਨਹੀਂ ਸਕਦੇ, ਨਾ ਹੀ ਅਸੀਂ ਇਹਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਿਜਾ ਸਕਦੇ ਹਾਂ, ਟੱਚ ਨਹੀਂ ਕਰ ਸਕਦੇ। ਇਹ ਵੀ ਕਹਿ ਸਕਦੇ ਹਾਂ ਕਿ ਇਹਨੂੰ ਸਿਰਫ ਅਸੀਂ ਮਨੀ ਦੀ ਵੈਲਿਊ ਦੇ ਵਿੱਚ ਹੀ ਮੈਜ਼ਰ ਕਰ ਸਕਦੇ ਹਾਂ। ਮਨੀ ਦੀ ਵੈਲਿਊ ਦੇ ਵਿੱਚ ਕਿਵੇਂ ਮੈਜ਼ਰ ਹੋ ਜਾਂਦਾ ਕਿ ਕਿਸੇ ਚੀਜ਼ ਦੀ ਰੈਪੂਟੇਸ਼ਨ ਕੀ ਆ, ਕਿਸੇ ਕੰਪਨੀ ਦੀ ਰੈਪੂਟੇਸ਼ਨ ਕੀ ਹੈ, ਉਸ ਫਰਮ ਦੀ ਕੀ ਰੈਪੂਟੇਸ਼ਨ ਆ, ਉਹਦੀਆਂ ਕੁਆਲਿਟੀਜ਼ ਕਿੰਨੀਆਂ ਕੁ ਵਧੀਆ ਨੇ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਮਨੀ ਦੇ ਵਿੱਚ ਮੈਜ਼ਰ ਕਰਾਂਗੇ। ਇੱਕ ਬਿਜ਼ਨਸ ਦੀ ਵੈਲਿਊ ਕੀਤੀ ਜਾਂਦੀ ਹੈ ਇਹ ਦੇਖਣ ਦੇ ਲਈ ਕਿ ਮਾਰਕੀਟ ਦੇ ਵਿੱਚ ਉਹ ਕਿੱਡੀ ਕੁ ਵਧੀਆ ਪੋਜੀਸ਼ਨ 'ਤੇ ਜਿਹੜੀ ਕਹਿ ਸਕਦੇ ਹਾਂ ਕਿ ਪੋਜੀਸ਼ਨ 'ਤੇ ਹੈ। ਔਰ ਇਹ ਹਮੇਸ਼ਾ ਜਿਹੜੀ ਕੀ ਆ ਪਿਛਲੇ ਸਾਲ ਦੀ ਜਿਹੜੀ ਅਰਨਿੰਗਸ ਹੁੰਦੀਆਂ ਜਾਂ ਪ੍ਰੋਫਿਟਸ ਹੁੰਦੇ ਆ ਉਸ ਬੇਸ 'ਤੇ ਲਗਾਏ ਜਾਂਦੇ ਆ। ਗੁੱਡਵਿਲ ਦੇਖਿਆ ਜਾਵੇ ਤਾਂ ਇੱਕ ਬਹੁਤ ਹੀ ਈਜ਼ੀ ਡਿਸਕ੍ਰਿਪਸ਼ਨ ਹੁੰਦਾ, ਅਤੇ ਇਹਦੇ ਵਿੱਚ ਦੇਖਿਆ ਜਾਵੇ ਇਹਨੂੰ ਡਿਫਾਈਨ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਈਜ਼ੀਲੀ ਸਮਝ ਨਹੀਂ ਆਉਂਦਾ ਵੀ ਗੁੱਡਵਿਲ ਹੁੰਦੀ ਕੀ ਹੈ। ਇੱਕ ਜਾਣ ਪਹਿਚਾਣ ਕਹਿ ਸਕਦੇ ਹਾਂ, ਇੱਕ ਸਹੀ ਇਮੇਜ ਹੁੰਦੀ ਹੈ ਇੱਕ ਬਿਜ਼ਨਸ ਦੀ, ਜਿਹੜੀ ਕਿ ਲੋਕਾਂ ਦੇ ਵਿੱਚ ਡਿਸਕਸ ਹੁੰਦੀ ਹੈ ਕਿ ਹਾਂ ਇਹ ਬਿਜ਼ਨਸ ਇੰਨਾ ਜ਼ਿਆਦਾ ਵਧੀਆ ਹੈ। ਔਰ ਇਹ ਡਿਸਕਸ਼ਨ ਜਿਹੜੀ ਹੈ ਜ਼ਿਆਦਾਤਰ ਪੈਸੇ ਦੇ ਨਾਲ ਰਿਲੇਟਡ ਹੁੰਦੀ ਹੈ ਵੀ ਇਸ ਕੰਪਨੀ ਦੀ ਪ੍ਰੋਪਰਟੀ ਇੰਨੀ ਜ਼ਿਆਦਾ ਹੈ, ਇਹਦੇ ਕੋਲ ਇੰਨਾ ਪੈਸਾ ਹੈ, ਇੰਨੀ ਇਹਦੇ ਕੋਲ ਇਨਕਮ ਆ, ਇੰਨੀਆਂ ਚੀਜ਼ਾਂ ਇਹਦੇ ਕੋਲ ਹੈ। ਮਨੀ ਦੀ ਟਰਮ ਦੇ ਵਿੱਚ ਜਦੋਂ ਇੱਦਾਂ ਦੀ ਡਿਸਕਸ਼ਨ ਹੁੰਦੀ ਹੈ ਜਾਂ ਕੋਈ ਗੱਲ ਹੁੰਦੀ ਹੈ ਉਹਨੂੰ ਅਸੀਂ ਗੁੱਡਵਿਲ ਕਹਿ ਸਕਦੇ ਹਾਂ। ਇਹ ਗੁੱਡਵਿਲ ਨੂੰ ਮੈਜ਼ਰ ਕਰਨ ਦਾ ਤਰੀਕਾ। ਅੱਗੇ ਹੈ ਅਮੋਰਟਾਈਜੇਸ਼ਨ। ਇਹ ਇੱਕ ਗ੍ਰੈਜੂਅਲ ਰਿਡਕਸ਼ਨ ਹੁੰਦੀ ਹੈ ਡੈਟਸ ਦੀ। ਡੈਟਸ ਦਾ ਮਤਲਬ ਹੁੰਦਾ ਕਿ ਸਾਨੂੰ ਜਿਹੜੇ ਸਾਡੇ ਕਰਜ਼ੇ ਆ ਜਿਹੜੇ ਉਹ ਥੋੜ੍ਹੇ ਜਿਹੜੇ ਅਸੀਂ ਪੇਮੈਂਟ ਕਰੀ ਜਾਂਦੇ ਹਾਂ, ਜੋ ਅਸੀਂ ਪੈਸੇ ਦੇਣੇ ਆ, ਠੀਕ ਹੈ, ਉਧਾਰ ਜਿਹੜੇ ਸਿਰ ਚੜ੍ਹੇ ਹੁੰਦੇ ਆ ਉਹਨੂੰ ਅਸੀਂ ਥੋੜ੍ਹੀ ਪੇਮੈਂਟ ਕਰਕੇ ਦੇ ਰਹੇ ਹਾਂ। ਕਰੰਟ ਜਿਹੜੇ ਇੰਟਰਸਟ ਵਗੈਰਾ ਹੋਣਗੇ ਉਹ ਅਸੀਂ ਜਿਹੜੇ ਹੁਣ ਪੇ ਕਰ ਰਹੇ ਹਾਂ, ਜਾਂ ਸਾਡੀ ਜਿੰਨੀ ਵੀ ਪੋਸੀਬਿਲਿਟੀ ਹੈ ਉਹ ਅਸੀਂ ਦੇ ਰਹੇ ਹਾਂ। ਇਸ ਪ੍ਰੋਸੈਸ ਨੂੰ ਅਸੀਂ ਅਮੋਰਟਾਈਜੇਸ਼ਨ ਬੋਲਦੇ ਹਾਂ। ਨੈਕਸਟ ਹੈ ਪ੍ਰੋਫਿਟ। ਪ੍ਰੋਫਿਟ ਬਿਲਕੁਲ ਕਲੀਅਰ ਹੋਣਾ ਚਾਹੀਦਾ ਕਿ ਜਦੋਂ ਕੋਈ ਪਰਸਨ ਸਮਾਨ ਬਣਾਉਂਦਾ ਹੈ ਔਰ ਉਹਨੂੰ ਵੇਚਦਾ ਹੈ ਤਾਂ ਉਹ ਸਮਾਨ ਬਣਾਉਣ ਅਤੇ ਵੇਚਣ ਦੇ ਵਿੱਚ ਕੁਛ ਪ੍ਰਾਈਸ ਦਾ ਡਿਫਰੈਂਸ ਹੁੰਦਾ ਵੀ ਜਦੋਂ ਉਹਨੇ ਬਣਾਇਆ ਉਦੋਂ ਖਰਚਾ ਕੁਛ ਹੋਰ ਸੀ, ਪਰ ਜਦੋਂ ਉਹਨੇ ਉਹ ਸਮਾਨ ਨੂੰ ਸੇਲ ਕੀਤਾ ਉਹਦੇ ਕੋਲ ਰਿਟਰਨ ਦੇ ਵਿੱਚ ਕੁਛ ਹੋਰ ਆਇਆ। ਤਾਂ ਉਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਡਿਫਰੈਂਸ ਹੁੰਦਾ ਉਹਨੂੰ ਅਸੀਂ ਪ੍ਰੋਫਿਟ ਔਰ ਲੋਸ ਬੋਲਦੇ ਹਾਂ। ਜੇ ਤਾਂ ਸੇਲ ਪ੍ਰਾਈਸ ਜ਼ਿਆਦਾ ਹੋਵੇ ਔਰ ਕੋਸਟ ਪ੍ਰਾਈਸ ਘੱਟ ਹੋਵੇ ਤਾਂ ਪ੍ਰੋਫਿਟ ਆਏਗਾ। ਜੇ ਸੇਲ ਪ੍ਰਾਈਸ ਘੱਟ ਹੋਵੇ ਅਤੇ ਖਰਚਾ ਯਾਨੀ ਕਿ ਕੋਸਟ ਪ੍ਰਾਈਸ ਜ਼ਿਆਦਾ ਹੋਵੇ ਫਿਰ ਲੋਸ ਆਏਗਾ। ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇੱਕ ਕੰਮ ਦੇ ਨੇਚਰ ਦੇ ਅਨੁਸਾਰ ਦੇਖਣ ਨੂੰ ਮਿਲਦੀਆਂ। ਅੱਗੇ ਹੈ ਕੋਸਟ ਆਫ ਗੁੱਡਸ ਸੋਲਡ। COGS ਵੀ ਕਹਿ ਦਿੰਦੇ ਹਾਂ ਕੋਸਟ ਆਫ ਗੁੱਡਸ ਸੋਲਡ ਨੂੰ, ਕਿ ਇਹ ਇੱਕ ਅਮਾਊਂਟ ਹੁੰਦੀ ਹੈ ਜੋ ਸਾਨੂੰ ਰਿਪਰਜੈਂਟ ਕਰਦੀ ਹੈ ਕਿ ਕਿਸੇ ਚੀਜ਼ ਨੂੰ ਬਾਏ ਕਰਨ 'ਤੇ ਸਾਨੂੰ, ਜਾਂ ਰॉ ਮਟੀਰੀਅਲ ਹੈ ਜਿਹੜਾ ਯੂਜ਼ ਕਿੰਨਾ ਹੋਇਆ, ਬਾਏ ਕਰਨ 'ਤੇ ਕਿੰਨਾ ਖਰਚਾ ਹੋਇਆ, ਪ੍ਰੋਡਕਸ਼ਨ 'ਤੇ ਜਾਂ ਫਿਨਿਸ਼ ਗੁੱਡਸ 'ਤੇ ਕਿੰਨਾ ਸਾਨੂੰ ਖਰਚਾ ਹੈ, ਵੀ ਸਮਾਨ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਣਾਉਣ ਦੇ ਵਿੱਚ ਕਿੰਨਾ ਖਰਚਾ ਆਇਆ। ਇਹ ਸਾਰੀਆਂ ਚੀਜ਼ਾਂ ਨੂੰ ਇਨਕਲੂਡ ਕੀਤਾ ਜਾਂਦਾ ਵੀ ਕਿੰਨਾ ਖਰਚਾ ਹੈ ਜਾਂ ਕਿੰਨਾ ਨਹੀਂ। ਜਾਂ ਵੀ ਕਹਿ ਸਕਦੇ ਹਾਂ ਕਿ ਜੇ ਸਾਨੂੰ ਕੋਸਟ ਆਫ ਗੁੱਡਸ ਸੋਲਡ ਪਤਾ ਕਰਨੀ ਪੈ ਜੇ ਉਹਦੇ ਲਈ ਸਾਡੇ ਕੋਲ ਇੱਕ ਤਾਂ ਹੋਏਗਾ ਓਪਨਿੰਗ ਸਟਾਕ, ਜਿਹੜੇ ਸਟਾਕ ਨਾਲ ਅਸੀਂ ਕੰਮ ਨੂੰ ਸ਼ੁਰੂ ਕੀਤਾ, ਫਿਰ ਨੈਟ ਪਰਚੇਜ਼ ਜਿੰਨੀ ਅਸੀਂ ਪਰਚੇਜ਼ ਕੀਤੀ ਆ, ਡਾਇਰੈਕਟ ਐਕਸਪੈਂਸਿਸ ਉਹ ਐਡ ਹੋਣਗੇ, ਅਤੇ ਜਿੰਨਾ ਸਾਡਾ ਕਲੋਜ਼ਿੰਗ ਸਟਾਕ ਹੋਊਗਾ ਉਹ ਮਾਈਨਸ ਹੋ ਜਾਊਗਾ। ਕਲੋਜ਼ਿੰਗ ਸਟਾਕ ਹੁੰਦਾ ਵੀ ਜਿਹੜਾ ਰਹਿ ਜਾਊਗਾ ਸਮਾਨ ਕੰਮ ਬੰਦ ਕਰਨ ਦੇ ਟਾਈਮ ਜਿਹੜਾ ਬਚ ਜੂਗਾ ਕਲੋਜ਼ਿੰਗ ਸਟਾਕ। ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ। ਉਹਦੇ ਨਾਲ ਓਪਨਿੰਗ ਸਟਾਕ ਦੇ ਨਾਲ ਨੈਟ ਪਰਚੇਜ਼, ਡਾਇਰੈਕਟ ਐਕਸਪੈਂਸਿਸ ਔਰ ਕਲੋਜ਼ਿੰਗ ਸਟਾਕ ਦੇ ਨਾਲ ਸਾਡੀ ਕੋਸਟ ਆਫ ਗੁੱਡਸ ਸੋਲਡ ਜਿਹੜੀ ਉਹ ਆ ਜਾਏਗੀ। ਅੱਗੇ ਹੈ ਰਿਜ਼ਰਵ। ਰਿਜ਼ਰਵ ਦਾ ਮਤਲਬ ਹੁੰਦਾ ਕਿ ਬਿਜ਼ਨਸ ਇੱਕ ਛੋਟਾ ਜਿਹਾ ਹਿੱਸਾ ਜਿਹੜਾ ਪ੍ਰੋਫਿਟ ਦਾ ਉਹ ਬਚਾ ਕੇ ਰੱਖ ਲੈਂਦਾ, ਸੇਵ ਕਰਕੇ ਰੱਖ ਲੈਂਦਾ, ਸਿਰਫ ਇਸ ਕਰਕੇ ਕਿ ਜੇ ਕਿਤੇ ਅਚਾਨਕ ਫਿਊਚਰ ਦੇ ਵਿੱਚ ਕੋਈ ਖਰਚਾ ਆ ਗਿਆ, ਠੀਕ ਹੈ, ਕੋਈ ਨੁਕਸਾਨ ਹੋ ਗਿਆ ਜਿਹਦਾ ਸਾਨੂੰ ਕੋਈ ਅੰਦਾਜ਼ਾ ਨਹੀਂ, ਤਾਂ ਉਹਨਾਂ ਨੁਕਸਾਨਾਂ ਨੂੰ ਪੂਰਾ ਕਰਨ ਦੇ ਲਈ ਇੱਕ ਇੱਕ ਪੈਸਾ ਹੈ ਜਿਹੜਾ ਉਹ ਅਲੱਗ ਤੋਂ ਬਚਾ ਕੇ ਰੱਖਿਆ ਜਾਂਦਾ, ਉਹਨੂੰ ਅਸੀਂ ਰਿਜ਼ਰਵ ਕਹਿ ਸਕਦੇ ਹਾਂ। ਇਹਨੂੰ ਇਕੱਲਾ ਰਿਜ਼ਰਵ ਵੀ ਬੋਲਿਆ ਜਾਂਦਾ, ਜਰਨਲ ਰਿਜ਼ਰਵ ਵੀ ਬੋਲਦੇ ਹਾਂ। ਇੱਕ ਤਰ੍ਹਾਂ ਦੀ ਪੈਸਾ ਹੁੰਦਾ, ਬਚਾਇਆ ਹੋਇਆ ਪੈਸਾ ਹੁੰਦਾ, ਇਹ ਬਿਜ਼ਨਸ ਦਾ ਪੈਸਾ ਹੁੰਦਾ ਜੋ ਉਹਨੇ ਆਪਣੇ ਔਖੇ ਟਾਈਮ ਦੇ ਲਈ ਬਚਾ ਕੇ ਰੱਖਿਆ ਹੋਏਗਾ। ਨੈਕਸਟ ਹੈ ਸਸਪੈਂਸ ਅਕਾਊਂਟ। ਸਸਪੈਂਸ ਅਕਾਊਂਟ ਹੁੰਦਾ ਇਹ ਇੱਕ ਟੈਂਪਰੇਰੀ ਲੈਜਰ ਅਕਾਊਂਟ ਹੁੰਦਾ ਹੈ। ਲੈਜਰ ਦੇ ਵਿੱਚ ਇੱਕ ਆਰਟੀਫਿਸ਼ੀਅਲ ਐਂਟਰੀ ਜਿਹੜੀ ਉਹ ਰਿਕਾਰਡ ਕੀਤੀ ਜਾਂਦੀ ਹੈ, ਸਿਰਫ ਔਰ ਸਿਰਫ ਟਰਾਇਲ ਬੈਲੈਂਸ ਦੇ ਜਿਹੜੇ ਕਮੀਆਂ ਹੋਣਗੀਆਂ ਜਾਂ ਟਰਾਇਲ ਬੈਲੈਂਸ ਦੇ ਜਿਹੜੇ ਡਿਫਰੈਂਸ ਹੈ
ਉਹਨਾਂ ਨੂੰ ਪੂਰਾ ਕਰਨ ਦੇ ਲਈ, ਕਿਉਂਕਿ ਜ਼ਿਆਦਾਤਰ ਬਿਜ਼ਨਸਮੈਨ ਟਰਾਇਲ ਬੈਲੈਂਸ ਨੂੰ ਪ੍ਰਪੇਅਰ ਕਰਦੇ ਆਪਣੀ ਪਰਫੋਰਮੈਂਸ ਨੂੰ ਚੈੱਕ ਕਰਨ ਦੇ ਲਈ। ਪਰ ਅਗਰ ਕਿਤੇ ਟਰਾਇਲ ਬੈਲੈਂਸ ਆ ਜਿਹੜਾ ਉਹਦਾ ਡੈਬਿਟ ਔਰ ਕ੍ਰੈਡਿਟ ਅਲੱਗ-ਅਲੱਗ ਆ ਜਾਂਦੇ ਆ, ਤਾਂ ਉਹ ਜਿਹੜਾ ਸਸਪੈਂਸ ਅਕਾਊਂਟ ਦੇ ਨਾਲ ਪੂਰਾ ਕੀਤਾ ਜਾਂਦਾ। ਫਿਰ ਉਹ ਦੇਖਿਆ ਜਾਂਦਾ ਵੀ ਸਾਡੇ ਇਹ ਪੈਸੇ ਕਿੱਧਰੋਂ ਆਏ ਆ ਜਾਂ ਕਿੱਧਰ ਗਏ ਆ। ਇਹ ਸਾਰੀਆਂ ਚੀਜ਼ਾਂ ਬੈਲੈਂਸ ਨੂੰ ਇਕੁਅਲ ਕਰਨ ਦੇ ਲਈ ਇੱਕ ਟੈਂਪਰੇਰੀ ਅਕਾਊਂਟ ਹੁੰਦਾ। ਜਦੋਂ ਇਹ ਬਿਲਕੁਲ ਕਲੀਅਰ ਹੋ ਜਾਂਦਾ ਫਿਰ ਇਹਨੂੰ ਆਟੋਮੈਟਿਕਲੀ ਕੀ ਕੀਤਾ ਜਾਂਦਾ, ਬਾਹਰ ਕੱਢ ਦਿੱਤਾ ਜਾਂਦਾ, ਇਹਨੂੰ ਬੰਦ ਕੀਤਾ ਜਾਂਦਾ। ਸਸਪੈਂਸ ਅਕਾਊਂਟ ਬਹੁਤ ਹੀ ਥੋੜ੍ਹੇ ਟਾਈਮ ਦੇ ਲਈ ਹੀ ਕ੍ਰੀਏਟ ਕੀਤੇ ਜਾਂਦੇ ਆ। ਨੈਕਸਟ ਹੈ ਸਾਡੇ ਕੋਲ ਅਕਾਊਂਟ। ਅਕਾਊਂਟ ਦੇ ਵਿੱਚ ਅਸੀਂ ਅਗਰ ਐਕਸਪਲੇਨੇਸ਼ਨ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਆ। ਅਕਾਊਂਟ ਇੱਕ ਤਰ੍ਹਾਂ ਦੀ ਸਮਰੀ ਹੈ ਜਿਹਦੇ ਵਿੱਚ ਅਸੀਂ ਸਾਰੀਆਂ ਟ੍ਰਾਂਜੈਕਸ਼ਨਸ ਨੂੰ ਇੱਕ ਪਰਸਨ ਦੇ ਨਾਲ, ਪ੍ਰੋਪਰਟੀ ਦੇ ਨਾਲ ਔਰ ਲੋਸ ਦੇ ਨਾਲ ਐਡ ਕਰਕੇ ਦੇਖ ਸਕਦੇ ਹਾਂ, ਮੈਚ ਕਰਕੇ ਦੇਖ ਸਕਦੇ ਹਾਂ। ਨਾਮ ਵੀ ਹੋ ਸਕਦਾ, ਕਿਸੇ ਬਿਲਡਿੰਗ ਦੀ ਗੱਲ ਹੋ ਸਕਦੀ ਹੈ, ਫਰਨੀਚਰ ਦੀ ਗੱਲ ਹੋ ਸਕਦੀ ਆ, ਕਿਸੇ ਅਕਾਊਂਟ ਦੀ ਗੱਲ ਹੋ ਸਕਦੀ ਆ। ਇਹ ਸਾਰੀਆਂ ਚੀਜ਼ਾਂ ਸਾਨੂੰ ਕੀ ਦੱਸ ਰਹੀਆਂ ਕਿ ਅਕਾਊਂਟ ਹੈ ਜਿਹੜੇ ਉਹ ਅਲੱਗ-ਅਲੱਗ ਟਰਮ ਦੇ ਨਾਲ, ਕੰਡੀਸ਼ਨਸ ਦੇ ਨਾਲ ਜੁੜੀ ਹੋਈ ਆ। ਇਕੱਲੀ ਨਹੀਂ ਕਹਿ ਸਕਦੇ ਕਿ ਜਿਵੇਂ ਕਿਸੇ ਪਰਸਨ ਦੇ ਪ੍ਰੋਪਰਟੀ ਦੇ ਨਾਲ ਰਿਲੇਟ ਆ, ਠੀਕ ਹੈ, ਕਿਸੇ ਗੇਨ ਦੇ ਨਾਲ ਜਾਂ ਲੋਸ ਦੇ ਨਾਲ ਰਿਲੇਟ ਆ, ਕਿਸੇ ਦਾ ਨਾਂ ਜਿਵੇਂ ਰਾਮ ਅਕਾਊਂਟ ਹੋ ਸਕਦਾ, ਸ਼ਾਮ ਦਾ ਅਕਾਊਂਟ ਹੋ ਸਕਦਾ, ਸੈਲਰੀ ਅਕਾਊਂਟ। ਇਹ ਸਾਰੇ ਕੀ ਹੈ, ਸਾਡੇ ਅਕਾਊਂਟ ਨੇ ਜਿਹਨੂੰ ਅਸੀਂ ਖਾਤਾ ਬੋਲਦੇ ਹਾਂ, ਵੀ ਸਾਡੇ ਅਕਾਊਂਟਸ ਨੇ। ਇਹਦੇ ਵਿੱਚ ਇਨਫੋਰਮੇਸ਼ਨ ਜਿਹੜੀ ਆ ਉਹ ਰਿਕਾਰਡ ਹੋ ਜਾਂਦੀ ਹੈ। ਇਹ ਵੀ ਅਲੱਗ ਜਿਹੜੇ ਹੋਣਗੇ ਆਪਣੇ ਕੋਲ, ਦੇਖੋ ਦੋ ਤਰ੍ਹਾਂ ਦੇ ਆ। ਪਰਸਨਲ ਅਕਾਊਂਟ ਹੋ ਜਾਣਗੇ, ਇੱਕ ਹੋਊਗਾ ਇੰਪਰਸਨਲ। ਪਰਸਨਲ ਅਕਾਊਂਟ ਦੇ ਵਿੱਚ ਤਾਂ ਕੀ ਹੋਊਗਾ ਵੀ ਇੱਕ ਨੈਚੁਰਲ ਪਰਸਨ ਦੀ ਗੱਲ ਹੋਊਗੀ, ਹਿਊਮਨ ਦੀ ਗੱਲ ਹੋਊਗੀ। ਆਰਟੀਫਿਸ਼ੀਅਲ ਜਿਹੜਾ ਹਿਊਮਨ ਨੂੰ ਰਿਪਰਜੈਂਟ ਕਰ ਰਿਹਾ ਹੋਊਗਾ, ਆਰਟੀਫਿਸ਼ੀਅਲ ਹੋਊਗਾ ਜਿਹੜਾ ਪੱਕੇ ਤੌਰ 'ਤੇ ਨਹੀਂ ਹੋਊਗਾ, ਸਿਰਫ ਇੱਕ ਆਰਟੀਫਿਸ਼ੀਅਲ ਇਨਸਾਨ ਦੀ ਤਰ੍ਹਾਂ ਉਹਨੂੰ ਯੂਜ਼ ਕੀਤਾ ਜਾਊਗਾ। ਅਕਾਊਂਟ ਦੀ ਗੱਲ ਹੋ ਰਹੀ ਹੈ। ਰਿਪਰਜੈਂਟ ਹੋਊਗਾ, ਕਿਸੇ ਦੇ ਅਕਾਊਂਟ ਨੂੰ ਰਿਪਰਜੈਂਟ ਕਰ ਰਿਹਾ। ਦੂਸਰੀ ਤਰਫ ਰੀਅਲ ਔਰ ਨੋਮੀਨਲ ਅਕਾਊਂਟ ਹੋਣਗੇ। ਨੋਮੀਨਲ ਅਕਾਊਂਟ ਆ ਜਿਹੜੇ ਉਹ ਬਿਜ਼ਨਸ ਦੇ ਲਈ ਯੂਜ਼ ਕੀਤੇ ਜਾਂਦੇ ਆ। ਰੀਅਲ ਅਕਾਊਂਟ ਇਨਟੈਂਜੀਬਲ ਔਰ ਟੈਂਜੀਬਲ ਚੀਜ਼ਾਂ ਦੇ ਲਈ ਯੂਜ਼ ਕੀਤੇ ਜਾਂਦੇ ਆ। ਰੀਅਲ ਅਕਾਊਂਟ ਦੇ ਵਿੱਚ ਜਿਹੜੀਆਂ ਟੈਂਜੀਬਲ ਚੀਜ਼ਾਂ ਨੇ ਔਰ ਇਨਟੈਂਜੀਬਲ ਨੇ ਉਹ ਜ਼ਿਆਦਾਤਰ ਕਿਸੇ ਮਟੀਰੀਅਲ ਔਰ ਗੁਡਸ ਦੇ ਨਾਲ ਰਿਲੇਟ ਕਰਦੀਆਂ। ਨੋਮੀਨਲ ਅਕਾਊਂਟਸ ਨੇ ਜਿਹੜੇ ਉਹ ਜ਼ਿਆਦਾਤਰ ਸੈਲਰੀ, ਬਿਜ਼ਨਸ, ਪ੍ਰੋਫਿਟ ਜਿਹੜੇ ਆ ਉਹਨਾਂ ਦੇ ਨਾਲ ਡੀਲ ਕਰਦੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਅਕਾਊਂਟਸ ਦੇ ਵਿੱਚ ਜਿਹੜੀਆਂ ਕਵਰ ਕੀਤੀਆਂ ਜਾਂਦੀਆਂ। ਆਈ ਹੋਪ ਕਿ ਤੁਹਾਨੂੰ ਇਹ ਕੰਸੈਪਟ ਸਮਝ ਆਇਆ ਹੋਵੇਗਾ। ਅਗਰ ਕਿਸੇ ਨੂੰ ਕੋਈ ਡਾਊਟ ਹੈ, ਕੋਈ ਕਨਫਿਊਜ਼ਨ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਥੈਂਕ ਯੂ, ਹੈਵ ਅ ਨਾਈਸ ਡੇ।